वाहिगुरु जी का खालसा वाहिगुरु जी की फतेह। किस कारण गृह तजियो उदासी, प्रशन जे हाटी बाटी नूं त्यागना नहीं, तां तुसां क्यों घर छड्डिया सी ते उदासी बने सी। किस कारण एह भेख निवासी, क्यों ये उदासी भेख धारिया सी। किस वखर के तुम वणजारे, तुसीं किस सौदे दे व्यापारी हो। क्यों कर साथ लंघावो पारी, अपने श्रद्धालुआं दी जमात नूं इस दुੱਤਰ सागर किवें पार लंघावोगे। भाव अपने सिखां नूं इस संसार तो पार लंघण लई तुसां किहड़ा राह दस्सिया है। गुरमुख खोजत पए उदासी, उत्तर असीं गुरमुखां नूं लभण वास्ते उदासी बने सां। दर्शन कै ताईं भेख निवासी, असां गुरमुखां दे दर्शनां लई उदासी भेख धारिया सी। साच वखर के हम वणजारे, असीं सच्चे प्रभु दे नाम सौदे दे व्यापारी हां। नानक गुरमुख उतरस पारी, हे नानक जो मनुख गुरु दे दसे राह ते तुरदा है ਉਹ ਦੁੱਤਰ सागर तो पार लंघदा है। कित बिद पुरखा जन्म वटाया, प्रश्न हे पुरखा तू अपनी जिंदगी किस तरीके नाल पलट लई है। काहे को तुझ एह मन लाया, तू अपना ये मन किस विच जोड़िया है। कित बिद आसा मन साखाई, मन दियां आसां ते मन दे फुरने तू किवें मुका लए हन। कित बिद जोत निरंतर पाई, रब्बी प्रकाश तैनू एक रस किवें मिल पिया है। बिन दंता क्यों खाइए सार, माया दे इस प्रभाव तो बचना इयों ही औखा है जिवें बिना दंदां दे लोहा चबना। दंदां तो बिना लोहा किवें चब्या जाए। नानक साचा करो विचार, हे नानक कोई सही विचार दसो। भाव कोई ऐसा विचार दसो जो साडे मन लग जाए। सतगुर कै जन्मे गवन मिटाया, उत्तर ज्यों ज्यों सतगुरु की सिक्ख्या ते तुरे त्यों त्यों मन की भटकना मुकती गई। अनहत राते एह मन लाया, ज्यों ज्यों एक रस व्यापक प्रभु विच जुड़न का आनंद आया त्यों त्यों ये मन परचदा गया। मन सायासा शब्द जलाई, मन दे फुरने ते दुनिया वालियां आसां असां गुरु दे शब्द दी राही साड़ियां हन। गुरमुख जोत निरंतर पाई, गुरु दे सन्मुख होया ही एक रस रब्बी प्रकाश लभा है। त्रै गुण मेटे खाइए सार, इस रब्बी प्रकाश की बरकत नाल असां माया दे झलके दे तिन्ना ही किस्मां दे असर तमो रजो सतो अपने उत्ते पैर नहीं दिते। ते इस तरह माया की चोट तो बचन का यह अत औखा काम रूप लोहा चब्या गया है।
ਨਾਨਕ ਧਾਰੀ ਤਾਰਨ ਹਾਰ। ਪਰ हे ਨਾਨਕ, ਇਸ ਦੁੱਤਰ ਸਾਗਰ ਤੋਂ ਤਾਰਨ ਦੇ ਸਮਰੱਥ ਪ੍ਰਭੂ ਆਪ ਹੀ ਧਾਰਦਾ ਹੈ। ਆਦ ਕੋ ਕਵਣ ਵਿਚਾਰ ਕਥੀਆਂ ਲੈ, ਸੁਨ ਕਹਾਂ ਕਰ ਵਾਸੋ। ਪ੍ਰਸ਼ਨ, ਤੁਸੀਂ ਸ੍ਰਿਸ਼ਟੀ ਦੇ ਮੁੱਢ ਦਾ ਕੀ ਵਿਚਾਰ ਦੱਸਦੇ ਹੋ? ਤੁਸੀਂ ਅਫਰ ਪ੍ਰਮਾਤਮਾ ਦਾ ਟਿਕਾਣਾ, ਤਦੋਂ ਅਫਰ ਪ੍ਰਮਾਤਮਾ ਦਾ ਟਿਕਾਣਾ ਕਿੱਥੇ ਸੀ? ਗਿਆਨ ਕੀ ਮੁੰਦਰਾ ਕਵਣ ਕਥੀਆਂ ਲੈ, ਘਟ ਘਟ ਕਵਨ ਨਿਵਾਸੋ। ਪ੍ਰਮਾਤਮਾ ਨਾਲ ਜਾਣ ਪਛਾਣ ਦਾ ਕੀ ਸਾਧਨ ਦੱਸਦੇ ਹੋ? ਹਰੇਕ ਘਟ ਵਿੱਚ ਕਿਸ ਦਾ ਨਿਵਾਸ ਹੈ? ਕਾਲ ਕਾ ਠੀਗਾ ਕਿਉਂ ਜਲਾਈ ਅਲੇ, ਕਿਉਂ ਨਿਰਭਉ ਕਰ ਜਾਈਐ। ਕਾਲ ਦੀ ਚੋਟ ਕਿਵੇਂ ਮੁਕਾਈ ਜਾਏ? ਨਿਰਭੈਤਾ ਦੇ ਦਰਜੇ ਤੇ ਕਿਵੇਂ ਅੱਪੜੀਦਾ ਹੈ? ਸਹਿਜ ਸੰਤੋਖ ਕਾਇਆਸਣ ਜਾਣੈ, ਕਿਉਂ ਛੇਦੇ ਬਹਿਰਾਈਐ। ਕਿਵੇਂ ਹਉਮੈ ਵੈਰੀ ਦਾ ਨਾਸ਼ ਹੋਵੇ, ਜਿਸ ਕਰਕੇ ਸਹਿਜ ਤੇ ਸੰਤੋਖ ਦਾ ਆਸਣ ਪਛਾਣ ਲਿਆ ਜਾਏ। ਭਾਵ ਜਿਸ ਕਰਕੇ ਸਹਿਜ ਤੇ ਸੰਤੋਖ ਪ੍ਰਾਪਤ ਹੋਵੇ। ਗੁਰ ਕੈ ਸ਼ਬਦ ਹਉਮੈ ਬਿਖ ਮਾਰੈ, ਤਾ ਨਿਜ ਕਰ ਹੋਵੈ ਵਾਸੋ। ਉੱਤਰ, ਜੋ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਦੇ ਜ਼ਹਿਰ ਨੂੰ ਮੁਕਾ ਲਏ ਤਾਂ ਨਿਜ ਸਰੂਪ ਵਿੱਚ ਟਿਕ ਜਾਂਦਾ ਹੈ। ਜਿਨ ਰਚ ਰਚਿਆ ਤਿਸ ਸ਼ਬਦ ਪਛਾਣੈ, ਨਾਨਕ ਤਾਂ ਕਾ ਦਾਸੋ। ਜਿਸ ਪ੍ਰਭੂ ਨੇ ਰਚਨਾ ਰਚੀ ਹੈ, ਜੋ ਮਨੁੱਖ ਉਸ ਨੂੰ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪਛਾਣਦਾ ਹੈ, ਨਾਨਕ ਉਸ ਦਾ ਦਾਸ ਹੈ। ਕਹਾਂ ਤੇ ਆਵੈ, ਕਹਾਂ ਏ ਜਾਵੈ, ਕਹਾਂ ਏ ਰਹੈ ਸਮਾਈ। ਪ੍ਰਸ਼ਨ, ਇਹ ਜੀਵ ਕਿੱਥੋਂ ਆਉਂਦਾ ਹੈ, ਕਿੱਥੇ ਜਾਂਦਾ ਹੈ, ਕਿੱਥੇ ਟਿਕਿਆ ਰਹਿੰਦਾ ਹੈ? ਭਾਵ ਜੀਵ ਕਿਵੇਂ ਜੀਵਨ ਬਤੀਤ ਕਰਦਾ ਹੈ? ਏਸ ਸ਼ਬਦ ਕੋ ਜੋ ਅਰਥ ਆਵੈ, ਤਿਸ ਗੁਰ ਤਿਲ ਨਾ ਤਮਾਈ। ਜੋ ਇਹ ਗੱਲ ਸਮਝਾ ਦੇਵੇ, ਅਸੀਂ ਮੰਨਾਂਗੇ ਕਿ ਉਸ ਗੁਰੂ ਨੂੰ ਰਤਾ ਵੀ ਲੋਭ ਨਹੀਂ ਹੈ। ਕਿਉਂ ਤਤੈ ਅਵਗਤੈ ਪਾਵੈ, ਗੁਰਮੁਖ ਲੱਗੈ ਪਿਆਰੋ। ਜੀਵ ਜਗਤ ਦੇ ਮੂਲ ਤੇ ਅਦ੍ਰਿਸ਼ਟ ਪ੍ਰਭੂ ਨੂੰ ਕਿਵੇਂ ਮਿਲੇ? ਗੁਰੂ ਦੀ ਰਾਹੀਂ ਪ੍ਰਭੂ ਨਾਲ ਇਸ ਦਾ ਪਿਆਰ ਕਿਵੇਂ ਬਣੇ? ਆਪੇ ਸੁਰਤਾ ਆਪੇ ਕਰਤਾ, ਕਹੋ ਨਾਨਕ ਵਿਚਾਰੋ। हे ਨਾਨਕ, ਸਾਨੂੰ ਉਸ ਪ੍ਰਭੂ ਦੀ ਵਿਚਾਰ ਦੱਸ, ਜੋ ਆਪ ਹੀ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਉਹਨਾਂ ਦੀ ਸੁਣਨ ਵਾਲਾ ਹੈ। ਹੁਕਮੇ ਆਵੈ ਹੁਕਮੇ ਜਾਵੈ, ਹੁਕਮੇ ਰਹੈ ਸਮਾਈ। ਉੱਤਰ, ਜੀਵ ਪ੍ਰਭੂ ਦੇ ਹੁਕਮ ਵਿੱਚ ਹੀ ਇੱਥੇ ਆਉਂਦਾ ਹੈ, ਹੁਕਮ ਵਿੱਚ ਹੀ ਇੱਥੋਂ ਤੁਰ ਜਾਂਦਾ ਹੈ। ਜੀਵ ਨੂੰ ਹੁਕਮ ਵਿੱਚ ਹੀ ਜੀਵਨ ਬਤੀਤ ਕਰਨਾ ਪੈਂਦਾ ਹੈ। ਪੂਰੇ ਗੁਰ ਤੇ ਸਾਚ ਕਮਾਵੈ, ਗਤ ਮਿਤ ਸ਼ਬਦੇ ਪਾਈ। ਪੂਰੇ ਗੁਰੂ ਦੀ ਰਾਹੀਂ ਮਨੁੱਖ ਸੱਚੇ ਪ੍ਰਭੂ ਦੇ ਸਿਮਰਨ ਦੀ ਕਮਾਈ ਕਰਦਾ ਹੈ। ਇਹ ਗੱਲ ਗੁਰੂ ਦੇ ਸ਼ਬਦ ਤੋਂ ਹੀ ਮਿਲਦੀ ਹੈ ਕਿ ਪ੍ਰਭੂ ਕਿਹੋ ਜਿਹਾ ਹੈ ਤੇ ਕਿੱਡਾ ਬੇਅੰਤ ਹੈ। ਆਦ ਕੋ ਬਿਸਮਾਦ ਵਿਚਾਰ ਕਥੀਅਲੇ, ਸੁਨ ਨਿਰੰਤਰ ਵਾਸ ਲਿਆ। ਪੌੜੀ ਨੰਬਰ 21 ਤੇ 22 ਦਾ ਉੱਤਰ। ਸ੍ਰਿਸ਼ਟੀ ਦੇ ਮੁੱਢ ਦਾ ਵਿਚਾਰ ਤਾਂ ਅਸਚਰਜ ਹੀ ਕਿਹਾ ਜਾ ਸਕਦਾ ਹੈ। ਤਦੋਂ ਇੱਕ ਰਸ ਅਫਰ ਪ੍ਰਮਾਤਮਾ ਦਾ ਹੀ ਵਜੂਦ ਸੀ। ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀ ਅਲੇ,
ਘਟ ਘਟ ਸਾਚਾ ਸਰਬ ਜੀਆ। ਗਿਆਨ ਦਾ ਅਸਲੀ ਸਾਧਨ ਇਹ ਸਮਝੋ ਕਿ ਸਤਿਗੁਰੂ ਤੋਂ ਮਿਲਿਆ ਗਿਆਨ ਹੋਵੇ। ਭਾਵ ਗਿਆਨ ਪ੍ਰਾਪਤ ਕਰਨ ਦਾ ਅਸਲੀ ਸਾਧਨ ਸਤਿਗੁਰੂ ਦੀ ਸ਼ਰਨ ਹੀ ਹੈ। ਹਰੇਕ ਘਟ ਵਿੱਚ ਸਾਰੇ ਜੀਵਾਂ ਵਿੱਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ ਵਸਦਾ ਹੈ। ਗੁਰ ਬਚਨੀ ਅਵਗਤ ਸਮਾਈਐ ਤਤ ਨਿਰੰਜਨ ਸਹਿਜ ਲਹੈ। ਅਦ੍ਰਿਸ਼ਟ ਪ੍ਰਭੂ ਵਿੱਚ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਲੀਨ ਹੋਈਦਾ ਹੈ। ਗੁਰ ਸ਼ਬਦ ਦੀ ਰਾਹੀਂ ਅਡੋਲ ਅਵਸਥਾ ਵਿੱਚ ਟਿਕਿਆ ਜਗਤ ਦਾ ਮੂਲ ਨਿਰੰਜਨ ਮਾਇਆ ਤੋਂ ਰਹਿਤ ਪ੍ਰਭੂ ਲੱਭ ਪੈਂਦਾ ਹੈ। ਨਾਨਕ ਦੂਜੀ ਕਾਰ ਨਾ ਕਰਨੀ ਸੇਵੈ ਸਿੱਖ ਸੋ ਖੋਜ ਲਹੈ। ਨਿਰੰਜਨ ਨੂੰ ਲੱਭਣ ਲਈ ਗੁਰੂ ਦੇ ਬਚਨਾਂ ਉੱਤੇ ਤੁਰਨ ਤੋਂ ਛੁੱਟ ਹੋਰ ਕੋਈ ਕਾਰ ਕਰਨ ਦੀ ਲੋੜ ਨਹੀਂ। ਜੋ ਸਿੱਖ ਗੁਰ ਆਸ਼ੇ ਅਨੁਸਾਰ ਸੇਵਾ ਕਰਦਾ ਹੈ ਉਹ ਭਾਲ ਕੇ ਨਿਰੰਜਨ ਨੂੰ ਲੱਭ ਲੈਂਦਾ ਹੈ। ਹੁਕਮ ਬਿਸਮਾਦ ਹੁਕਮ ਪਛਾਣੈ ਜੀ ਜੁਗਤ ਸੱਚ ਜਾਣੈ ਸੋਈ। हे ਨਾਨਕ ਹੁਕਮ ਮੰਨਣਾ ਅਸਚਰਜ ਖਿਆਲ ਹੈ। ਭਾਵ ਇਹ ਖਿਆਲ ਕਿ ਗੁਰੂ ਦੇ ਹੁਕਮ ਵਿੱਚ ਤੁਰਿਆ ਅਵਗਤ ਵਿੱਚ ਸਮਾਈਦਾ ਹੈ ਹੈਰਾਨਗੀ ਪੈਦਾ ਕਰਨ ਵਾਲਾ ਹੈ। ਪਰ ਜੋ ਮਨੁੱਖ ਹੁਕਮ ਵਿੱਚ ਤੁਰ ਕੇ ਹੁਕਮ ਨੂੰ ਪਛਾਣਦਾ ਹੈ ਉਹ ਜੀਵਨ ਦੀ ਸਹੀ ਜੁਗਤ ਤੇ ਸੱਚ ਨੂੰ ਜਾਣ ਲੈਂਦਾ ਹੈ। ਆਪ ਮੇਟ ਨਿਰਾਲਮ ਹੋਵੈ ਅੰਤਰ ਸਾਚ ਜੋਗੀ ਕਹੀਐ ਸੋਈ। ਉਹ ਆਪਾ ਭਾਵ ਮਿਟਾ ਕੇ ਦੁਨੀਆ ਵਿੱਚ ਰਹਿੰਦਾ ਹੋਇਆ ਵੀ ਦੁਨੀਆ ਤੋਂ ਵੱਖਰਾ ਹੁੰਦਾ ਹੈ, ਕਿਉਂਕਿ ਉਸ ਦੇ ਹਿਰਦੇ ਵਿੱਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਾਖਿਆਤ ਹੈ। ਬਸ ਐਸਾ ਮਨੁੱਖ ਹੀ ਜੋਗੀ ਅਖਵਾਉਣ ਦੇ ਯੋਗ ਹੈ। ਅਵਗਿਤੋ ਨਿਰਮਾਇਲ ਉਪਜੇ ਨਿਰਗੁਣ ਤੇ ਸਰਗੁਣ ਥੀਆ। ਜਦੋਂ ਅਦ੍ਰਿਸ਼ਟ ਅਵਸਥਾ ਤੋਂ ਨਿਰਮਲ ਪ੍ਰਭੂ ਪ੍ਰਗਟ ਹੁੰਦਾ ਹੈ ਤੇ ਨਿਰਗੁਣ ਰੂਪ ਤੋਂ ਸਰਗੁਣ ਬਣਦਾ ਹੈ। ਭਾਵ ਆਪਣੇ ਅਦ੍ਰਿਸ਼ਟ ਆਤਮਕ ਸਰੂਪ ਤੋਂ ਆਕਾਰ ਵਾਲਾ ਬਣ ਕੇ ਸੂਖਮ ਤੇ ਅਸਥੂਲ ਰੂਪ ਧਾਰ ਲੈਂਦਾ ਹੈ। ਸਤਿਗੁਰ ਪਰਚੈ ਪਰਮ ਪਦ ਪਾਈਐ ਸਾਚਾ ਸ਼ਬਦ ਸਮਾਏ ਲਿਆ। ਤਦੋਂ ਇਸ ਦ੍ਰਿਸ਼ਟਮਾਨ ਸੰਸਾਰ ਵਿੱਚੋਂ ਜਿਸ ਜੀਵ ਦਾ ਮਨ ਸਤਿਗੁਰੂ ਦੇ ਸ਼ਬਦ ਨਾਲ ਪਤੀਸਦਾ ਜਾਂਦਾ ਹੈ ਉਸ ਜੀਵ ਨੂੰ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਤਦੋਂ ਸਮਝੋ ਕਿ ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਨੇ ਉਸ ਨੂੰ ਆਪਣੇ ਵਿੱਚ ਲੀਨ ਕਰ ਲਿਆ ਹੈ। ਏਕੇ ਕੋ ਸਚ ਏਕਾ ਜਾਣੈ ਹਉਮੈ ਦੂਜਾ ਦੂਰ ਕੀਆ। ਤਦੋਂ ਉਹ ਕੇਵਲ ਇੱਕ ਪ੍ਰਭੂ ਨੂੰ ਹੀ ਸਦਾ ਰਹਿਣ ਵਾਲੀ ਹਸਤੀ ਜਾਣਦਾ ਹੈ। ਉਸਨੇ ਹਉਮੈ ਅਤੇ ਦੂਜਾ ਭਾਵ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਅਜਿਹੀ ਹਸਤੀ ਦੀ ਸੰਭਾਵਨਾ ਦਾ ਖਿਆਲ ਦੂਰ ਕਰ ਲਿਆ ਹੁੰਦਾ ਹੈ। ਸੋ ਜੋਗੀ ਗੁਰ ਸ਼ਬਦ ਪਛਾਣੈ ਅੰਤਰ ਕਮਲ ਪਰਗਾਸਥਿਆ। ਬਸ ਉਹੀ ਅਸਲ ਜੋਗੀ ਹੈ। ਉਹ ਸਤਿਗੁਰੂ ਦੇ ਸ਼ਬਦ ਨੂੰ ਸਮਝਦਾ ਹੈ। ਉਸ ਦੇ ਅੰਦਰ ਰਹਿੰਦਾ ਰੂਪ ਕੌਲ ਫੁੱਲ ਖਿੜ ਪਿਆ ਹੁੰਦਾ ਹੈ। ਜੀਵਤ ਮਰੈ ਤਾਂ ਸਭ ਕਿਛ ਸੂਝੈ ਅੰਤਰ ਜਾਣੈ ਸਰਬ ਦਇਆ। ਜੋ ਮਨੁੱਖ ਜਿਉਂਦਾ ਹੀ ਮਰਦਾ ਹੈ ਭਾਵ ਹਉਮੈ ਦਾ ਤਿਆਗ ਕਰਦਾ ਹੈ, ਸਵਾਰਥ ਮਿਟਾਉਂਦਾ ਹੈ, ਉਸ ਨੂੰ ਜ਼ਿੰਦਗੀ ਦੇ ਹਰੇਕ ਪਹਿਲੂ ਦੀ ਸਮਝ ਆ ਜਾਂਦੀ ਹੈ। ਉਹ ਮਨੁੱਖ ਸਾਰੇ ਜੀਵਾਂ ਉੱਤੇ ਦਇਆ ਕਰਨ ਦਾ ਅਸੂਲ ਆਪਣੇ ਮਨ ਵਿੱਚ ਪੱਕਾ ਕਰ ਲੈਂਦਾ ਹੈ। ਨਾਨਕ ਤਾਂ ਕੋ ਮਿਲੈ ਵਡਾਈ
आप पछाणै सर्ब जिया। हे नानक, उसे मनुख ਨੂੰ ਇੱਜ਼ਤ ਮਿਲਦੀ ਹੈ ਉਹ ਸਾਰੇ ਜੀਵਾਂ ਵਿੱਚ ਆਪਣੇ ਆਪ ਨੂੰ ਵੇਖਦਾ ਹੈ, ਭਾਵ ਉਸੇ ਜੋਤ ਨੂੰ ਸਭ ਵਿੱਚ ਵੇਖਦਾ ਹੈ ਜੋ ਉਸਦੇ ਆਪਣੇ ਅੰਦਰ ਹੈ। ਸਾਚੋ ਉਪਜੈ ਸਾਚ ਸਮਾਵੈ, ਸਾਚੇ ਸੂਚੇ ਏਕ ਮਇਆ। ਗੁਰਮੁਖ ਸੱਚੇ ਪ੍ਰਭੂ ਤੋਂ ਪੈਦਾ ਹੁੰਦਾ ਹੈ ਤੇ ਸੱਚੇ ਵਿੱਚ ਹੀ ਲੀਨ ਰਹਿੰਦਾ ਹੈ। ਪ੍ਰਭੂ ਤੇ ਗੁਰਮੁਖ ਇੱਕ ਰੂਪ ਹੋ ਜਾਂਦੇ ਹਨ। ਝੂਠੇ ਆਵੈ ਠਵਰ ਨਾ ਪਾਵੈ, ਦੂਜੈ ਆਵਾ ਗੌਣ ਪਿਆ। ਪਰ ਝੂਠੇ ਭਾਵ ਨਾਸ਼ਵੰਤ ਮਾਇਆ ਵਿੱਚ ਲੱਗੇ ਹੋਏ ਬੰਦੇ ਜਗਤ ਵਿੱਚ ਆਉਂਦੇ ਹਨ, ਉਹਨਾਂ ਨੂੰ ਮਨ ਦਾ ਟਿਕਾਓ ਨਹੀਂ ਹਾਸਲ ਹੁੰਦਾ। ਸੋ ਇਸ ਦੂਜੇ ਭਾਵ ਦੇ ਕਾਰਨ ਉਹਨਾਂ ਦਾ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ। ਆਵਾ ਗੌਣ ਮਿਟੈ ਗੁਰ ਸ਼ਬਦੀ, ਆਪੇ ਪਰਖੈ ਬਖਸ਼ ਲਿਆ। ਆਵਾ ਗੌਣ ਮਿਟੈ ਗੁਰ ਸ਼ਬਦੀ, ਆਪੇ ਪਰਖੈ ਬਖਸ਼ ਲਿਆ। ਇਹ ਜਨਮ ਮਰਨ ਦਾ ਚੱਕਰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਮਿਟਦਾ ਹੈ। ਗੁਰ ਸ਼ਬਦ ਵਿੱਚ ਜੁੜੇ ਮਨੁੱਖ ਨੂੰ ਪ੍ਰਭੂ ਆਪ ਪਛਾਣ ਲੈਂਦਾ ਹੈ ਤੇ ਉਸ ਉੱਤੇ ਮਿਹਰ ਕਰਦਾ ਹੈ। ਏਕਾ ਬੇਦਨ ਦੂਜੈ ਵਿਆਪੀ, ਨਾਮ ਰਸਾਇਣ ਵਿਸਰਿਆ। ਪਰ ਜਿਨ੍ਹਾਂ ਨੂੰ ਸਾਰੇ ਰਸਾਂ ਦਾ ਘਰ ਪ੍ਰਭੂ ਦਾ ਨਾਮ ਵਿਸਰ ਜਾਂਦਾ ਹੈ, ਉਹਨਾਂ ਨੂੰ ਦੂਜੇ ਭਾਵ ਵਿੱਚ ਫਸਣ ਦੇ ਕਾਰਨ ਇਹ ਹਉਮੈ ਦੀ ਪੀੜਾ ਸਤਾਉਂਦੀ ਹੈ। ਸੋ ਬੁਝੈ ਜਿਸ ਆਪ ਬੁਝਾਏ, ਗੁਰ ਕੈ ਸ਼ਬਦ ਸੋ ਮੁਕਤ ਪਿਆ। ਇਹ ਭੇਤ ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪ੍ਰਭੂ ਆਪ ਸਮਝ ਬਖਸ਼ਦਾ ਹੈ। ਗੁਰੂ ਦੇ ਸ਼ਬਦ ਵਿੱਚ ਜੁੜਨ ਦੇ ਕਾਰਨ ਉਹ ਮਨੁੱਖ ਹਉਮੈ ਤੋਂ ਆਜ਼ਾਦ ਹੋ ਜਾਂਦਾ ਹੈ। ਨਾਨਕ ਤਾਰੇ ਤਾਰਨ ਹਾਰਾ, ਹਉਮੈ ਦੂਜਾ ਪਰ ਹਰਿਆ। ਹੇ ਨਾਨਕ, ਜਿਸ ਨੇ ਹਉਮੈ ਤੇ ਦੂਜਾ ਭਾਵ ਤਿਆਗ ਦਿੱਤਾ ਹੈ, ਉਸ ਨੂੰ ਤਾਰਨਹਾਰ ਪ੍ਰਭੂ ਤਾਰ ਲੈਂਦਾ ਹੈ। ਮਨ ਮੁਖ ਭੂਲੇ ਜਮ ਕੀ ਕਾਣ, ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ ਜੀਵਨ ਦਾ ਸਹੀ ਰਸਤਾ ਖੁੰਝ ਜਾਂਦਾ ਹੈ ਤੇ ਜਮ ਦੀ ਮੁਥਾਜੀ ਵਿੱਚ ਹੋ ਜਾਂਦਾ ਹੈ। ਪਰ ਕਰ ਜੋ ਹੈ ਹਾਣੇ ਹਾਣ, ਪਰਾਇਆ ਘਰ ਤੱਕਦਾ ਹੈ, ਉਸ ਨੂੰ ਇਸ ਕੁਕਰਮ ਵਿੱਚ ਘਾਟਾ ਹੀ ਘਾਟਾ ਰਹਿੰਦਾ ਹੈ। ਮਨ ਮੁਖ ਭਰਮ ਪਵੈ ਬੇਬਾਨ, ਭੁਲੇਖੇ ਵਿੱਚ ਪਿਆ ਹੋਇਆ ਮਨਮੁਖ ਮਾਨੋ ਜੰਗਲ ਵਿੱਚ ਭਟਕ ਰਿਹਾ ਹੈ। ਵੇ ਮਾਰਗ ਮੂਸੈ ਮੰਤਰ ਮਸਾਣ, ਕੁਰਾਹੇ ਪੈ ਕੇ ਇਉਂ ਠੱਗਿਆ ਜਾ ਰਿਹਾ ਹੈ ਜਿਵੇਂ ਮਸਾਣ ਵਿੱਚ ਮੰਤਰ ਪੜ੍ਹਨ ਵਾਲਾ ਮਨੁੱਖ ਭੈੜੇ ਪਾਸੇ ਪਿਆ ਹੈ। ਸ਼ਬਦ ਨਾ ਚੀਨੈ ਲਵੈ ਕੁਬਾਣ, ਮਨਮੁਖ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ, ਭਾਵ ਗੁਰੂ ਦੇ ਸ਼ਬਦ ਦੀ ਉਸ ਨੂੰ ਕਦਰ ਨਹੀਂ ਪੈਂਦੀ ਤੇ ਦੁਰਬਚਨ ਹੀ ਬੋਲਦਾ ਹੈ। ਨਾਨਕ ਸਾਚ ਰਤੇ ਸੁਖ ਜਾਣ, ਹੇ ਨਾਨਕ, ਸੁਖ ਉਸ ਨੂੰ ਮਿਲਿਆ ਜਾਣੋ ਜੋ ਸੱਚੇ ਪ੍ਰਭੂ ਵਿੱਚ ਰੰਗਿਆ ਹੋਇਆ ਹੈ। ਗੁਰਮੁਖ ਸਾਚੇ ਕਾ ਪਉ ਪਾਵੈ, ਜੋ ਮਨੁੱਖ ਸਤਿਗੁਰੂ ਦੇ ਅਨੁਸਾਰ ਹੋ ਕੇ ਤੁਰਦਾ ਹੈ ਉਹ ਸੱਚੇ ਪ੍ਰਭੂ ਦਾ ਡਰ ਆਪਣੇ ਹਿਰਦੇ ਵਿੱਚ ਟਿਕਾਉਂਦਾ ਹੈ। ਗੁਰਮੁਖ ਬਾਣੀ ਅਕੜ ਕੜਾਵੈ, ਗੁਰੂ ਦੀ ਬਾਣੀ ਦੀ ਰਾਹੀਂ ਅਮੋੜ ਮਨ ਨੂੰ ਸੁਚੱਜਾ ਬਣਾਉਂਦਾ ਹੈ।
गुरमुख निर्मल हर गुण गावै। निर्मल परमात्मा दी सिफत सलाह करदा है। गुरमुख पवित्र परम पद पावै। ते इस तरह पवित्र ते उच्ची आत्मक अवस्था हासिल करता है। गुरमुख रोम रोम हर ध्यावै। गुरमुख मनुख तनो मनो परमात्मा नूं याद करता है। नानक गुरमुख साच समावै। हे नानक बंदगी दी राही गुरमुख सदा कायम रहन वाले प्रभु विच लीन रहिंदा है। गुरमुख परचै भेद विचारी। जो मनुख गुरु नाल डूंगी सांझ बना लैंदा है, भाव जिस नूं सतगुरु विच पूर्ण विश्वास हो जाता है, वो मानो वेदां दा ज्ञाता हो गया। उस नूं वेदां दी लोड़ नहीं रह जाती। गुरमुख परचै तरियै तारी। गुरु नाल डूंगी सांझ बनाया संसार समुंदर तो तर जाईदा है। गुरमुख परचै सो शब्द ज्ञानी। गुर शब्द दी राही परमात्मा नाल जान पछाण वाला हो जाईदा है। गुरमुख परचै अंतर बिद जानी। ते गुर शब्द दी राही अंदरले दी सूझ पै जाती है। गुरमुख पाइयै अलख अपार। गुरु दे सन्मुख होया अदृश्ट ते बेअंत प्रभु मिल पैंदा है। नानक गुरमुख मुकत दुआर। हे नानक गुरु दी राही ही हउमੈ तो खलासी दा रस्ता लभदा है। गुरमुख अकथ कथै विचार। गुरु दे दसे राह ते तुरन वाला मनुख गुरु दी दसी विचार नाल उस प्रभु दे गुण गाउंदा है, जिस दा सही स्वरूप बयान नहीं हो सकता। गुरमुख निभै सा परवार। इस तरह गुरमुख घरवारी हुंदा होया ही जिंदगी दी बाजी विच पुग जाता है। गुरमुख जपियै अंतर प्यार। गुरु दे सन्मुख होया ही हिरदे विच प्यार नाल प्रभु नूं जप सकीदा है। गुरमुख पाइयै शब्द आचार। ते गुर शब्द दी राही उच्चा आचरण बन के प्रभु मिलता है। शब्द भेद जाणै जाणाई। गुरु दे दसे राह ते तुरन वाला मनुख गुरु दे शब्द नाल अपने मन नूं परो के प्रभु नूं पछाणदा है ते होरनां नूं पछाण कराउंदा है। नानक हउमੈ जाल समाई। हे नानक गुरमुख अपनी हउमੈ खुद गर्जी साड़ के प्रभु विच लीन रहिंदा है। गुरमुख धरती साचै साजी। सच्चे प्रभु ने गुरमुख मनुख पैदा करने वास्ते धरती बनाई है। तिस मैं उपत खपत सोबाजी। इस धरती विच उत्पत्ति ते नाश गुरमुखता दे विकास लई एक खेड है। गुर कै शब्द रपै रंग लाई। जदों मनुख गुरु दे शब्द दी राही प्रभु नाल प्यार जोड़ के प्रभु दे रंग विच रंगिया जाता है। साच रतो पत स्यों कर जाई। तां सच्चे विच रता होया गुरमुख इज्जत लैके अपने घर विच अपड़दा है ते उसदी घड़न भजन दी खेड मुक जाती है। साच शब्द बिन पत नहीं पावै।
सच्चे शब्द तो बिना कोई मनुख इज्जत हासिल नहीं कर सकता। नानक बिन नामै क्यों साच समावै। हे नानक, प्रभु दे नाम तो बिना प्रभु विच मनुख किवें समा सकता है? नहीं समा सकता। साच शब्द बिन पत नहीं पावै। नानक बिन नामै क्यों साच समावै। वाहिगुरु जी का खालसा, वाहिगुरु जी की फतेह।